पंजाब का बहुत सारा जंगली इलाका बड़ी गुज्जी साजिश के तहत खत्म किया गया। बड़ा चर्चित मामला है पिंड सेखोवाल मत्तेवाड़ा जंगल का। तो पहला ये है जो पिंड सेखोवाल है कदों वसिया किन्नी जमीन जी गलाडा के कोल चलेगी जी तुसीं कह रहे हो भी धोखे नाल तुहाडे तों लई गई। उदों लाल बहादुर शास्त्री ने आर्डर किया सी भी जिते अपनी कोल इन्नियां जमीनां पईयां आपां जिहड़ा भी आबाद करूगा अपनी जमीनां वो नाले अपने देश का ढिड भरे नाले अपना भरे। तो उस तो बाद जमीनां तुहाडीआं 65-70 दे विच अपना जिहड़े बेट एरिए दे विच भी रहिंदे अनपढ़ता सी घट पढ़े लिखे सी ते ना तो पुछया ही भी हाँ भी तुसीं अपने कागज़ दिखाओ तुहाडे कित्थे दी ट्रांसफर है की आ नहीं जी सरकारी है सरकार है जी सरकार है कब्जा असीं किवें लैण देवांगे साडी तां रोजी रोटी आ। तो कहने भी अपनी पंचायत ने भी कहता लिख के भी देता उन्होंने अपने पंचायत मंत्री नूं भी साडी ये जमीन फिर दोबारे पंचायत दी हो जाए असीं पंचायत नूं ठेका दे दांगे पर गलाडा दे थल्लों सानूं छडाओ। घर दे विच थोड़ी जमीन नूं आलू बीज फार्म ने उदां ही कब्जा कर लिया। उदां ही कब्जा कर लिया धक्के नाल ही जिवें हुण गलाडा धक्का करनों फिरदा है। ਜਿਹੜੇ ਤੁਹਾਡੇ ਖਾਤੇ ਪੰਚਾਇਤੀ ਖਾਤੇ ਦੇ ਵਿੱਚ ਪੈਸੇ ਆਏ ਉਹ ਕਿੱਲਿਆਂ ਦੇ ਉਹ ਫਿਰ ਪੈਸੇ ਹੁਣ ਪੰਚਾਇਤ ਨੇ ਵਰਤੇ ਜਾਂ ਨਹੀਂ ਵਰਤੇ ਜਾਂ ਕੀ ਬਣਾ। ਸਾਡੀ ਪੰਚਾਇਤ ਕਹਿੰਦੀ ਆ ਵੀ ਅਸੀਂ ਜਿਹੜਾ ਵਿਆਜ ਵਰਤਿਆ ਪੈਸੇ ਨਹੀਂ ਅਸੀਂ ਛੱਡੇ। ਜਿਹੜੀ ਗੱਲ ਨੂੰ ਤੁਸੀਂ ਧੋਖਾ ਕਹਿ ਰਹੇ ਹੋ ਕੈਪਟਨ ਸਰਕਾਰ ਦੇ ਰਾਜ 'ਚ ਹੋਇਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹਰਪਾਲ ਚੀਮਾ ਬੀਬੀ ਮਾਣੂਕੇ ਉਹ ਸਾਰੇ ਵੀ ਇੱਥੇ ਆਉਂਦੇ ਰਹੇ ਨੇ ਪਹਿਲਾਂ। ਹਾਂਜੀ ਬੀਬੀ ਮਾਣੂਕੇ ਨੇ 4-5 ਗੇੜੇ ਲਾਏ ਆ ਆਖਰ ਉਹਨਾਂ ਨੇ ਤੇ ਮਤਾ ਵੀ ਉਹਨਾਂ ਨੇ ਪਵਾਇਆ। ਸਰਦਾਰ ਹਰਪਾਲ ਸਿੰਘ ਚੀਮਾ ਇਹ ਵੀ ਸਾਡੇ ਕੋਲ ਆ ਕੇ ਗਏ ਆ ਉਹਨਾਂ ਦੀ ਸੇਧ ਉੱਤੇ ਹੀ ਅਸੀਂ ਕੋਰਟ ਵਿੱਚ ਕੇਸ ਲਾਇਆ। ਅਸੀਂ ਇਸ ਵਕਤ ਸਤਲੁਜ ਦਰਿਆ ਦੇ ਬੰਨ ਤੇ ਖਲੋਤੇ ਹੋਇਆ। ਪੰਜਾਬ ਦਾ ਕੁਝ ਹਿੱਸਾ ਜੰਗਲਾਂ ਦਾ ਬਚਿਆ ਹੋਇਆ। ਪੰਜਾਬ ਦੇ ਲੋਕ ਪਾਣੀ ਦੇ ਪੱਖੋਂ ਹਵਾ ਦੇ ਪੱਖੋਂ ਹਰਿਆਲੀ ਦੇ ਪੱਖੋਂ ਸੋਹਣੇ ਮਾਹੌਲ ਦੇ ਪੱਖੋਂ ਤਰਾਹ ਕਰ ਰਹੇ ਆ ਜਾਂ ਤਰਾਹ ਕਰਨ ਦੇ ਕਿਨਾਰੇ ਤੇ ਪੁੱਜ ਚੁੱਕੇ ਆ। पंजाब का बहुत सारा जंगली इलाका बड़ी गुज्जी साजिश के तहत खत्म किया गया। बड़ा चर्चित मामला है पिंड सेखोवाल मत्तेवाड़ा जंगल का। सब तो पहला ये विशेष जानकारी 23 जून 2022 नूं गलाडा वालों इस जंगली जमीन का जिहड़ा कि कब्जा लैण की गलबात सामने आई। पिंड के लोगों ने पंजाब के कुदरत प्रेमियों ने इत्थे अज एक इकट्ठ किया तो असीं पिंड के लोगों के नाल गलबात करांगे कि किस तरह इन्हां दा पिंड जिहड़ा हैगा वो इंडस्ट्रीयल पार्क के कब्जे हेठ कथित तौर पर कहा जा रहा है। किस तरह इन्हां दे जिहड़े पिंड की जमीन हैगी है इन्हां दे कहण अनुसार वो जिहड़ा हैगा एक साजिश के तहत कब्जा किया गया। अद्धी रात रजिस्ट्रियां होईयां किहड़ी सरकार किहड़े लीडर किहड़ी पार्टी ने इन्हां दा साथ दिता किन्ने नहीं दिता। स्वागत है जी सत श्री अकाल। सत श्री अकाल जी मैं कश्मीर ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕਸ਼ਮੀਰ ਸਿੰਘ ਪਿੰਡ ਸੇਖੋਵਾਲ ਤੋਂ ਜੀ ਹਾਂਜੀ। ਤੇ ਅਸੀਂ ਤੇ ਅੱਜ ਇਸ ਕਰਕੇ ਇਕੱਠ ਹੋਇਆ ਸੀ ਸਾਡਾ ਕੁਝ ਟਾਈਮ ਪਹਿਲਾਂ ਨਾ 2022 ਦੇ ਵਿੱਚ ਸਾਡੀ ਇਹ ਜ਼ਮੀਨ ਦਾ ਪੰਚਾਇਤੀ ਜ਼ਮੀਨ ਦਾ ਵਿਵਾਦ ਸੀ। ਇੱਥੇ ਇੰਡਸਟਰੀਅਲ ਪਾਰਕ ਲਿਆਉਣ ਦੀ ਸੀ ਤੇ ਅੱਜ 23 ਜੂਨ ਦਾ ਇੱਕ ਗਲਾਡਾ ਵੱਲੋਂ ਸੱਦਾ ਸੀ ਵੀ ਅਸੀਂ ਜ਼ਮੀਨ ਦਾ ਕਬਜ਼ਾ ਲੈਣਾ ਤੇ ਅਸੀਂ ਕਬਜ਼ਾ ਰੋਕਣ ਦੀ ਵਿੱਚ ਕਰਕੇ ਲੋਕਾਂ ਨੂੰ ਗੱਲ ਕੀਤੀ ਤੇ ਸਾਡੇ ਨਾਲ ਆਪਣੇ ਵਾਤਾਵਰਨ ਪ੍ਰੇਮੀ ਵੀ ਇਕੱਠੇ ਹੋਏ ਤੇ ਇਹ ਅਸੀਂ ਕਰਦੇ ਹਾਂ ਵੀ ਅਸੀਂ ਤਾਂ ਇਹੀ ਗੱਲ ਕਹਿੰਦੇ ਵੀ ਸਾਡੇ ਕੋਲ ਗਲਾਡਾ ਦੇ ਜ਼ਮੀਨ ਸਾਡੀ ਤੇ ਪੰਚਾਇਤ ਦੀ ਜ਼ਮੀਨ ਜਿਵੇਂ ਧੋਖੇ ਨਾਲ ਇਹਨਾਂ ਨੇ ਲਈ ਆ ਵੀ ਅਸੀਂ ਤੇ ਜ਼ਮੀਨ ਇਹ ਦੇਣੀ ਨਹੀਂ ਚਾਹੁੰਦੇ। ਸਭ ਤੋਂ ਪਹਿਲਾਂ ਇਹ ਹੈਗਾ ਜਿਹੜਾ ਪਿੰਡ ਸੇਖੋਵਾਲ ਹੈ ਕਦੋਂ ਵਸਿਆ ਕਿੰਨੀ ਜ਼ਮੀਨ ਜਿਹੜੀ ਹੈ ਗਲਾਡਾ ਦੇ ਕੋਲ ਚਲੇ ਗਈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਧੋਖੇ ਨਾਲ ਤੁਹਾਡੇ ਤੋਂ ਲਈ ਗਈ। ਠੀਕ ਇਹ ਜੀ 1965 ਦੇ ਵਿੱਚ ਆਏ ਸੀ ਅਸੀਂ ਅੰਮ੍ਰਿਤਸਰ ਤੋਂ ਚੱਲ ਕੇ ਆਏ ਸੀ ਪਹਿਲੋਂ ਪਾਕਿਸਤਾਨ ਤੋਂ ਆਏ ਫਿਰ ਅਸੀਂ ਅੰਮ੍ਰਿਤਸਰ ਬੈਠੇ ਅੰਮ੍ਰਿਤਸਰ ਤੋਂ ਅਸੀਂ ਇੱਥੇ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਆਰਡਰ ਕੀਤਾ ਸੀ ਵੀ ਤੁਸੀਂ ਆਪਾਂ ਬਾਹਰੋਂ ਅਨਾਜ ਮੰਗਾਉਂਦੇ ਆ ਕਣਕ ਆਪਾਂ ਅਮਰੀਕਾ ਕਣਕ ਵੈਸੇ ਚਲੋ ਤੁਹਾਡੀ ਉਮਰ ਨਹੀਂ ਘੱਟ ਆ ਮਤਲਬ ਉਦੋਂ ਨਾ ਅਸੀਂ ਅਮਰੀਕਾ ਤੋਂ ਅਨਾਜ ਮੰਗਾਉਂਦੇ ਹੁੰਦੇ ਸੀ ਤੇ ਉਦੋਂ ਲਾਲ ਬਹਾਦਰ ਸ਼ਾਸਤਰੀ ਨੇ ਆਰਡਰ ਕੀਤਾ ਸੀ ਵੀ ਜਿੱਥੇ ਆਪਣੀਆਂ ਕੋਲ ਇੰਨੀਆਂ ਜ਼ਮੀਨਾਂ ਪਈਆਂ ਆਪਾਂ ਜਿਹੜਾ ਵੀ ਆਬਾਦ ਕਰੂਗਾ ਆਪਣੀਆਂ ਜ਼ਮੀਨਾਂ ਉਹ ਨਾਲੇ ਆਪਣੇ ਦੇਸ਼ ਦਾ ਢਿੱਡ ਭਰੇ ਨਾਲੇ ਆਪਣਾ ਭਰੇ। ਤੇ ਉਸ ਤੋਂ ਬਾਅਦ ਜ਼ਮੀਨਾਂ ਤੁਹਾਡੀਆਂ ਨਾ ਕੀਤੀਆਂ ਜਾਣਗੀਆਂ ਤੁਹਾਨੂੰ ਲਾਟ ਹੋ ਜਾਣਗੀਆਂ। ਤੇ ਅਸੀਂ ਜੀ ਉਸ ਚੱਕਰ ਦੇ ਵਿੱਚ ਆਏ ਸੀ ਉਦੋਂ ਇੱਥੇ ਆ ਕੇ ਇਸ ਜ਼ਮੀਨ ਆਬਾਦ ਕੀਤੀ। ਆਬਾਦ ਕਰਨ ਤੋਂ ਬਾਅਦ ਅਸੀਂ 5-6 ਸਾਲ ਖਾਧੀ ਉਸ ਤੋਂ ਬਾਅਦ 70 ਦੇ ਵਿੱਚ ਆ ਗਿਆ ਇੱਥੇ ਆਲੂ ਬੀਜ ਫਾਰਮ ਇੱਕ ਉਹ ਆਏ ਸੀ ਸਾਡੇ ਗਵਾਂਢ ਪਿੰਡ ਵਿੱਚ ਹੈਦਰਨਗਰ ਦੇ ਵਿੱਚ। ਸਾਡੀ ਜ਼ਮੀਨ ਆਬਾਦ ਦੇਖ ਕੇ ਨਾ ਉਹ ਆਲੂ ਬੀਜ ਫਾਰਮ ਵਾਲੇ ਜਿਹੜੇ ਸੀ ਨਾ ਉਹ ਕਹਿਣ ਲੱਗੇ ਇਹੀ ਜ਼ਮੀਨ ਆ ਜੀ। ਤੇ ਆਪਣਾ ਤੁਹਾਨੂੰ ਪਤਾ ਵੀ 65-70 ਦੇ ਵਿੱਚ ਆਪਣਾ ਜਿਹੜੇ बेट एरिए दे विच भी रहिंदे अनपढ़ता सी घट पढ़े लिखे सी ते ना तो पुछया ही भी हाँ भी तुसीं अपने कागज़ दिखाओ तुहाडे कित्थे दी ट्रांसफर है की आ नहीं जी
ਸਰਕਾਰੀ ਹੈ, ਸਰਕਾਰ ਹੈ ਜੀ, ਸਰਕਾਰ ਹੈ, ਸਰਕਾਰ ਹੈ, ਇਦਾਂ ਕਰਕੇ ਹੁਣ ਸਰਕਾਰ ਤੇ ਸਾਰਿਆਂ ਦੀ ਹੁੰਦੀ ਆ, ਹਰ ਇੱਕ ਦੇ ਉੱਤੇ ਸਰਕਾਰ ਹੁੰਦੀ ਹੈ। ਇਹ ਨਹੀਂ ਸੀ ਪਤਾ ਸਾਨੂੰ, ਤੇ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਿਆ ਵੀ ਇਹ ਜ਼ਮੀਨ ਜਿਹੜੀ ਸੀ ਨਾ ਸਾਡੀ, ਇਹ ਜਦੋਂ ਅਸੀਂ 86 ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਸਾਡੀ ਜਦੋਂ ਪੰਚਾਇਤ ਦੀ ਜ਼ਮੀਨ ਉਹ ਵੀ ਪਾਂਡੀ ਸਿੱਖ 70 ਦੇ ਵਿੱਚ ਤੁਹਾਡੀ ਜ਼ਮੀਨ ਨੂੰ ਆਲੂ ਬੀਜ ਫਾਰਮ ਨੇ ਉਦਾਂ ਹੀ ਕਬਜ਼ਾ ਕਰ ਲਿਆ। ਉਦਾਂ ਹੀ ਕਬਜ਼ਾ ਕਰ ਲਿਆ ਧੱਕੇ ਨਾਲ ਹੀ, ਜਿਵੇਂ ਹੁਣ ਗਲਾਡਾ ਧੱਕਾ ਕਰਨ ਨੂੰ ਫਿਰਦਾ ਆ। ਸੇਮ ਸਿਚੁਏਸ਼ਨ ਉਦੋਂ ਸੀ। ਉਦੋਂ ਸੀ ਤੇ ਅਸੀਂ ਉਹ ਫਿਰ ਅਸੀਂ ਸਾਨੂੰ ਕਹਿੰਦੇ ਜੀ ਅਸੀਂ 70 ਤੋਂ ਬਾਅਦ ਅਸੀਂ ਤਕਰੀਬਨ ਇੱਕ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਰਹਿ ਗਏ, ਜਾਣੀ ਜਿਹੜਾ ਪਿੰਡ ਦੀ ਆਬਾਦੀ ਵਿੱਚ ਹੀ ਰਹਿ ਗਏ। ਸਾਰਾ ਕਬਜ਼ਾ ਉਹਨਾਂ ਨੇ ਕਰ ਲਿਆ ਫਾਰਮ ਨੇ। 6 ਸਾਲ ਪਹਿਲਾਂ ਵਸੇ ਸੀ ਪਿੰਡ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ, ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਉਂਦੀ ਹੈ, ਜਦੋਂ ਕਾਲ ਪਿਆ ਭਾਰਤ ਦੇ ਵਿੱਚ, ਤਾਂ ਪੰਜਾਬ ਦੇ ਲੋਕਾਂ ਨੇ ਜਿਹੜਾ ਬਿਲਕੁਲ ਮਤਲਬ ਜੰਗਲੀ ਇਲਾਕਾ ਸੀਗਾ, ਉਸ ਵਕਤ ਕਣਕ ਦੀ ਬਹੁਤ ਜ਼ਰੂਰਤ ਸੀ, ਉੱਥੇ ਇਹਨਾਂ ਨੇ ਉਹ ਜ਼ਮੀਨ ਨੂੰ ਆਬਾਦ ਕੀਤਾ, ਮਿਹਨਤ ਕਰ ਕਰਕੇ ਜਿਹੜੀ ਉਹ ਬੰਜਰ ਜ਼ਮੀਨ ਸੀ ਉਹਨੂੰ ਸੋਨੇ ਰੰਗੀ ਫਸਲ ਪੈਦਾ ਕਰਨ ਯੋਗ ਬਣਾਇਆ। ਤਾਂ ਆਲੂ ਬੀਜ ਫਾਰਮ, ਕਿਹੜਾ ਆਲੂ ਬੀਜ ਫਾਰਮ ਸੀ? ਆਲੂ ਬੀਜ ਫਾਰਮ ਮੱਤੇ ਬੜੇ ਵੱਜਦਾ ਵੈਸੇ, ਤੇ ਆਲੂ ਇੱਥੇ ਵੈਸੇ ਸਬਜ਼ੀਆਂ ਆਲੂ ਤਿਆਰ ਕਰਦੇ ਹੁੰਦੇ, ਇੱਥੇ ਬੀਜ ਤਿਆਰ ਕਰਦੇ ਹੁੰਦੇ ਸੀ, ਤੇ ਹੋਰ ਵੀ ਕਈ ਚੀਜ਼ਾਂ ਦੇ ਬੀਜ ਤਿਆਰ ਕਰਦੇ ਸੀ। ਤੇ ਪਰ ਸਾਨੂੰ ਜਦੋਂ 86 ਦੇ ਵਿੱਚ ਅਸੀਂ ਕੇਸ ਲਾਇਆ, ਜਦੋਂ ਪੰਚਾਇਤ ਦੀ ਸਾਡੀ ਪੰਚਾਇਤ ਦੀ ਬਣੀ, ਪਹਿਲਾਂ ਸੈਂਟਰ ਸਰਕਾਰ ਦੀ 86 ਵਿੱਚ ਹੀ ਪੰਚਾਇਤ ਦੀ ਹੋਈ ਆ। ਜਦੋਂ ਪੰਚਾਇਤ ਦੀ ਹੋ ਗਈ ਅਸੀਂ ਫਿਰ ਕਰਨਾ, ਅਸੀਂ ਕੇਸ ਕਿਹਾ ਵੀ ਥੋੜੀ ਦੇਰ ਬਾਅਦ ਅਸੀਂ 88 ਦੇ ਵਿੱਚ ਜਾ ਕੇ ਕੇਸ ਲਾ ਦਿੱਤਾ DDPO ਤੇ। ਮਾਫ ਕਰਨਾ, ਤੁਹਾਨੂੰ ਜਗ੍ਹਾ ਮਿਲਣ ਵਾਸਤੇ ਜਦੋਂ ਸਰਕਾਰ ਦਾ ਹੋਇਆ ਵੀ ਜਿਹੜੀ ਜਗ੍ਹਾ ਖਾਲੀ ਪਈ ਆ ਲੋਕ ਮੰਨ ਲੈਣ, ਅੰਮ੍ਰਿਤਸਰ ਤੋਂ ਤੁਸੀਂ ਇੱਥੇ ਆਏ, ਕਿੰਨੇ ਏਕੜ ਜ਼ਮੀਨ ਸੀ ਉਹ? ਤਕਰੀਬਨ 500 ਕਿੱਲੇ ਦੇ ਲਗਭਗ ਸੀ, ਤੇ ਜਾਣੀ ਸਾਰੇ ਪਿੰਡ ਸੇਖੋਵਾਲ ਦੀ ਜ਼ਮੀਨ ਪਿੰਡ ਸਿੱਖ। ਕਿਹਦੇ ਨਾਮ ਦਿੱਤੀ ਗਈ ਸੀ ਉਹ ਜਦੋਂ ਤੁਸੀਂ ਜ਼ਮੀਨ ਕਾਸ਼ਤ ਸ਼ੁਰੂ ਕੀਤੀ, ਉਹ ਕਿਹਦੇ ਨਾਮ ਤੇ ਸੀ? ਉਹ ਪੰਜਾਬ ਆਪਣੇ ਸੈਂਟਰ ਸਰਕਾਰ ਦੇ ਸੈਂਟਰ ਗਵਰਨਮੈਂਟ ਦੀ ਸੀ। ਪੰਚਾਇਤ ਦੀ ਕਦੋਂ ਹੋਈ ਜ਼ਮੀਨ? ਪੰਚਾਇਤ ਦੀ ਹੋ ਗਈ ਜੀ 86 ਵਿੱਚ ਹੋਈ ਆ ਇਹ। 1965 ਚ ਤੁਹਾਨੂੰ ਮਿਲੀ, 70 ਦੇ ਵਿੱਚ ਆਲੂ ਬੀਜ ਫਾਰਮ ਦਾ ਕਬਜ਼ਾ ਹੋ ਗਿਆ, 86 ਚ ਪੰਚਾਇਤ ਦੇ ਨਾਮ ਲੱਗ ਗਈ। ਹਾਂਜੀ, ਪੰਚਾਇਤ ਦੇ ਪੰਜਾਬ ਸਰਕਾਰ ਦੀ ਹੋ ਗਈ, ਪੰਚਾਇਤ ਦੀ ਹੋ ਗਈ। ਫਿਰ ਅਸੀਂ ਪੰਚਾਇਤ ਵੱਲੋਂ ਕੇਸ ਲਾਇਆ DDPO ਸਾਹਿਬ ਦੇ। DDPO ਸਾਹਿਬ ਨੇ ਸਾਡੇ ਹੱਕ 'ਚ ਕੇਸ ਕੀਤਾ, ਫਿਰ ਡਾਇਰੈਕਟਰ ਦੇ ਲੱਗਿਆ, ਉਹਨੇ ਵੀ ਸਾਡੇ ਹੱਕ 'ਚ ਕੀਤਾ। ਤੇ ਉਸ ਤੋਂ ਬਾਅਦ ਫਿਰ ਸਾਡਾ ਹਾਈ ਕੋਰਟ ਵਿੱਚ ਕੇਸ ਗਿਆ, ਹਾਈ ਕੋਰਟ ਨੇ ਵੀ ਸਾਡੇ ਹੱਕ 'ਚ ਕੀਤਾ। ਇੱਕ ਅਸੀਂ ਇੰਤਕਾਲ ਦਾ ਪਟਿਆਲੇ ਲਾਇਆ ਸੀ, ਉਹ ਵੀ ਪੰਚਾਇਤ ਦੇ ਹੱਕ ਵਿੱਚ ਕੀਤਾ, ਜਣ ਸਾਡੇ ਹੱਕ 'ਚ ਕੀਤਾ, ਕਿ ਅਸੀਂ ਪੰਚਾਇਤ ਵੱਲੋਂ ਹੀ ਲੜ ਰਹੇ ਸੀ, ਤੇ ਹਾਈ ਕੋਰਟ ਨੇ ਵੀ ਕੀਤਾ। ਫਿਰ ਸੁਪਰੀਮ ਕੋਰਟ ਵਿੱਚ ਅਸੀਂ ਗਏ, ਸੁਪਰੀਮ ਕੋਰਟ ਨੇ ਵੀ ਸਾਡੇ ਹੱਕ 'ਚ ਕੀਤਾ। ਕਹਿੰਦੇ ਵੀ ਇਹ ਜਿਹੜੇ ਆਲੂ ਬੀਜ ਫਾਰਮ ਸੀ, ਕਹਿੰਦੇ ਵੀ ਤੁਹਾਡੀ ਤੇ ਸਾਨੂੰ ਕਿਤੇ ਦਿਸਦੀ ਨਹੀਂ, ਕਹਿੰਦੇ ਤੁਸੀਂ ਮਾਲਕ ਆ। ਕਹਿੰਦੇ ਫਿਰ ਜੇ ਮਾਲਕ ਹੋ ਤੇ ਤੁਸੀਂ ਫਿਰ ਪੰਜਾਬ ਸਰਕਾਰ ਜਿਹੜਾ ਤੁਹਾਨੂੰ ਸਾਨੂੰ ਤੇ ਦਿਸਦੀ ਨਹੀਂ। ਇਹਨਾਂ ਨੇ ਕੋਈ ਕਹਿੰਦਾ ਜਿਹੜੇ ਹਿਸਾਬ ਨਾਲ ਤੁਸੀਂ ਜੋ ਪੇਸ਼ ਕੀਤਾ ਸਾਡੇ ਕੋਲੇ ਕੋਈ ਤੁਹਾਡੀ ਮਾਲਕੀ ਨਹੀਂ ਨਜ਼ਰ ਆਉਂਦੀ। ਆਲੂ ਬੀਜ ਫਾਰਮ ਸੀ ਉਹ ਸਰਕਾਰੀ ਅਦਾਰਾ ਸੀ ਜਾਂ ਪ੍ਰਾਈਵੇਟ? ਸਰਕਾਰੀ ਅਦਾਰਾ ਸੀ ਉਹ। ਅੱਛਾ, ਉਹ ਸੈਂਟਰ ਸਰਕਾਰ ਦਾ ਸੀਗਾ? ਹਾਂ, ਸੈਂਟਰ ਉਹ ਵੀ ਪੰਜਾਬ ਸਰਕਾਰ ਦਾ ਹੀ ਆ। ਤਾਂ ਪੰਜਾਬ ਸਰਕਾਰ ਦੇ ਹੀ ਅਦਾਰੇ ਨੇ ਪੰਜਾਬ ਸਰਕਾਰ ਦੀ ਜ਼ਮੀਨ ਹੀ ਨੱਪ ਲਈ? ਹਾਂਜੀ, ਨਹੀਂ ਪਹਿਲਾਂ ਸੈਂਟਰ ਸਰਕਾਰ ਦੀ ਸੀ, ਤੇ ਫਿਰ ਪੰਜਾਬ ਸਰਕਾਰ ਦੀ, ਹਾਂ ਪੰਚਾਇਤ ਦੀ ਵੀ ਉਹਨਾਂ ਨੇ ਦੱਬੀ ਸੀ। ਫਿਰ ਉਹ ਤਾਂ ਅਸੀਂ ਆਪਣੀ ਛਡਾਉਣ ਦੀ, ਫਿਰ ਜਦੋਂ ਪੰਚਾਇਤ ਦੀ ਹੋ ਗਈ, ਪੰਚਾਇਤ ਦਾ ਨਾਲ ਇੰਤਕਾਲ ਹੋ ਗਿਆ, ਅਸੀਂ ਫਿਰ ਲੜਾਈ ਫੇਰ ਸ਼ੁਰੂ ਕੀਤੀ ਆ, ਜਿਹੜੀ ਲੀਗਲ ਲੜਾਈ ਜਿਹੜੀ ਕਰਨੀ ਆ। ਤੁਸੀਂ ਕਦੋਂ ਜਿੱਤੇ ਹੁਣ? ਕਿਉਂਕਿ ਹੁਣ ਅਸੀਂ ਉੱਥੇ ਦੇਖਿਆ ਹੁਣ ਫਸਲਾਂ ਬੀਜੀਆਂ ਹੋਈਆਂ ਨੇ, ਉਹ ਫਿਰ ਪੰਚਾਇਤ ਦੀ ਮੁੜ ਤੁਹਾਡੀ ਕਦੋਂ ਹੋਈ ਜ਼ਮੀਨ? ਇਹ ਫਿਰ ਸਾਡੀ 2014 ਵਿੱਚ ਹੋਈ ਜੀ। 2014 ਸੁਪਰੀਮ ਕੋਰਟ ਨੇ ਤੁਹਾਡੇ ਹੱਕ 'ਚ ਫੈਸਲਾ? ਸੁਪਰੀਮ ਕੋਰਟ ਨੇ ਵੀ ਹੱਕ 'ਚ ਕੀਤਾ। ਫਿਰ ਸੁਪਰੀਮ ਕੋਰਟ ਤੋਂ ਬਾਅਦ ਫਿਰ ਆਪਣੇ ADC ਦੇ ਆਇਆ, ADC ਨੇ ਵੀ ਸਾਡੇ ਹੱਕ 'ਚ ਕੀਤਾ, ਜਾਣੀ ਪੰਚਾਇਤ ਦੇ ਹੱਕ 'ਚ ਕੀਤਾ। ਫਿਰ ਡਾਇਰੈਕਟਰ ਤੋਂ ਬਾਅਦ ਫਿਰ ਹਾਈ ਕੋਰਟ ਨੇ ਸਾਨੂੰ ਦਿੱਤੀ ਹੈ ਜਾ ਕੇ ਆਪਣੇ 2014 ਵਿੱਚ। ਹਾਂਜੀ, ਅਸੀਂ ਚੁਕੌਤੇ ਤੇ ਵਾਉਂਦੇ ਰਹੇ ਫਿਰ। 2014 ਦੇ ਵਿੱਚ ਹੁਣ ਪਿੰਡ ਦੇ ਲੋਕਾਂ ਨੂੰ ਕਬਜ਼ਾ ਮਿਲ ਗਿਆ? ਹਾਂਜੀ, ਕਬਜ਼ਾ ਮਿਲ ਗਿਆ। ਅਸੀਂ ਪੰਚਾਇਤ ਨੂੰ ਠੇਕਾ ਦੇ ਕੇ ਅਸੀਂ ਜ਼ਮੀਨ ਵਾਹੀ ਗਏ। ਚਲੋ ਜ਼ਮੀਨ ਕਿੰਨੀ ਜ਼ਮੀਨ ਜਿਹੜਾ ਕਿੰਨੇ ਘਰ ਹੈ? 5 ਕਿੱਲੇ, ਕੋਈ ਕਿਸੇ ਕੋ 5 ਆ, ਕਿ ਵੱਧ ਮਤਲਬ ਕਿਸੇ ਕੋ 6 ਵੀ ਆ, ਕਿਸੇ ਕੋ 4.5 ਵੀ ਆ, ਮਤਲਬ ਇਦਾਂ ਕਰਕੇ ਜਿਹਨੂੰ ਲਗਭਗ 5 ਕਿੱਲੇ ਸਾਰਿਆਂ ਨੇ ਆਪਣੀ ਵੰਡੀ ਸੀ ਵੀ ਆਪਾਂ ਇਹਦੇ 5 ਕਿੱਲੇ ਦੇ ਪਲਾਟ ਬਣਾ ਲਓ ਤੇ ਆਪਣਾ ਠੇਕਾ ਦੇਈ ਜਾਓ ਤੇ ਵਾਹੀ ਜਾਓ, ਤੇ ਆਪਣੇ ਆਪਣਾ ਗੁਜ਼ਾਰਾ ਕਰੋ, ਨਾਲੇ ਪੰਚਾਇਤ ਦੀ ਆਮਦਨ ਹੋ ਹਾਂ, ਨਾਲੇ ਪੰਚਾਇਤ ਦੀ ਵੀ ਆਮਦਨ ਹੋ ਗਈ, ਆਪਣਾ ਵੀ ਗੁਜ਼ਾਰਾ ਚੱਲਦਾ ਰਿਹਾ। ਚਲੋ ਬੜਾ ਸੋਹਣਾ ਚੱਲਿਆ ਗੁਜ਼ਾਰਾ। ਉਹ ਹੁਣ ਕਿ 2020 ਦੇ ਵਿੱਚ ਆ ਕੇ ਇਹਨਾਂ ਨੇ ਕਹਿੰਦਾ ਜੀ ਅਸੀਂ ਇੱਥੇ ਇੰਡਸਟਰੀਅਲ ਪਾਰਕ ਬਣਾਉਣਾ ਹੈ। ਕਿੰਨੀ ਖਾਸ ਗੱਲ ਹੈ, 1965 ਦੇ ਵਿੱਚ ਇਹ ਪਿੰਡ ਵਸਦਾ। ਲਾਲ ਬਹਾਦਰ ਸ਼ਾਸਤਰੀ ਸਮੇਂ ਜਦੋਂ ਹਰੀ ਕ੍ਰਾਂਤੀ ਆਈ ਹੈ, ਕਾਲ ਪਿਆ ਭਾਰਤ ਦੇ ਵਿੱਚ ਕਣਕਾਂ ਉਗਾਉਣ ਦਾ, ਕਣਕਾਂ ਉਗਾਉਣ ਦੇ ਵਾਸਤੇ, ਅੰਨ ਪੈਦਾ ਕਰਨ ਦੇ ਵਾਸਤੇ ਪਿੰਡ ਸੇਖੋਵਾਲ ਸਤਲੁਜ ਦੇ ਕੰਢੇ ਦੇ ਉੱਤੇ ਵਸਿਆ। 6 ਸਾਲ ਉਦੋਂ ਇਹਨਾਂ ਨੇ ਜ਼ਮੀਨ ਵਾਹੀ ਤਾਂ ਆਲੂ ਬੀਜ ਫਾਰਮ ਨੇ ਕਬਜ਼ਾ ਕਰ ਲਿਆ। ਫਿਰ ਲਗਾਤਾਰ ਲੜਾਈਆਂ ਲੜਦੇ ਕੋਰਟਾਂ ਕਚਹਿਰੀਆਂ 'ਚ ਹੁੰਦੇ ਹਵਾਏ 2014 'ਚ ਇਹਨਾਂ ਨੂੰ ਕਬਜ਼ਾ ਮਿਲਿਆ ਤੇ 20 ਦੇ ਵਿੱਚ ਕੈਪਟਨ ਸਰਕਾਰ ਵਿੱਚ ਆ ਗਈ ਜੀ। 6 ਸਾਲ ਉਦੋਂ ਹੀ ਮਿਲੇ, 6 ਸਾਲ ਹੀ ਹੁਣ ਮਿਲੇ ਜੀ। ਫਿਰ ਵੀ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਐਲਾਨ ਕਰਤਾ ਜੇ ਅਸੀਂ ਪੰਚਾਇਤੀ ਜ਼ਮੀਨਾਂ ਅਸੀਂ ਅਕਵਾਇਰ ਕਰਨੀਆਂ, ਸਾਨੂੰ ਇੰਡਸਟਰੀ ਵਾਸਤੇ ਅਸੀਂ ਇੰਡਸਟਰੀਅਲ ਪਾਰਕ ਬਣਾਉਣਾ ਇੱਥੇ। ਅਸੀਂ ਫਿਰ ਇਹਨਾਂ ਨੂੰ ਬਥੇਰਾ ਕਿਹਾ ਵੀ ਸਾਡੀ ਜ਼ਮੀਨ ਅਸੀਂ ਬੜੀ ਮੁਸ਼ਕਲ ਬਣਾਈ ਆ, ਸਾਡੀ ਸਾਰੀ ਜ਼ਿੰਦਗੀ, ਸਾਡੀਆਂ 2 ਪੀੜ੍ਹੀਆਂ ਪਹਿਲਾਂ ਇੱਥੇ ਖਤਮ ਹੋ ਗਈਆਂ, ਸਾਡੇ ਦਾਦੇ ਵੀ ਤੇ ਬਾਪ ਵੀ। ਸਾਡਾ ਬਾਪ ਦੀ ਵੀ ਹੁਣ 85 ਸਾਲ ਦੀ ਉਮਰ ਹੋਈ ਆ,
ਤੇ ਤਕਰੀਬਨ ਸਾਡੀਆਂ 2 ਪੀੜ੍ਹੀਆਂ ਇੱਥੇ ਖਤਮ ਹੋ ਗਈਆਂ ਤੇ ਤੀਜੀ ਅਸੀਂ ਵੀ ਤੁਹਾਨੂੰ ਪਤਾ ਅੱਧੋਂ ਤੇ ਕਾਫੀ ਅੱਗੇ ਲੰਘ ਗਏ, ਲਗਭਗ 56 ਸਾਲ ਦੀ ਮੇਰੀ ਉਮਰ ਹੋ ਗਈ ਆ ਤੇ ਅਸੀਂ ਵੀ ਆਪਣੀ ਐਵਰੇਜ 60-65 ਸਾਲ ਦੀ ਆ, ਜਾਣੀ ਆਪਣੀ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਲਾ ਲਓ, ਤੇ ਅਸੀਂ ਵੀ ਲਾਸਟ ਤੇ ਹੀ ਆਏ ਆ। ਤੇ ਦੇਖੋ 3 ਪੀੜ੍ਹੀਆਂ ਸਾਡੀਆਂ ਖਤਮ ਹੋ ਗਈਆਂ, ਅਜੇ ਵੀ ਸਾਨੂੰ ਲੜਾਈ ਖੜਾ ਨਹੀਂ ਛੱਡਦੀ। ਸਾਡੀ ਉਸ ਜ਼ਮੀਨ ਦੀ ਲੜਾਈ ਉੱਡੀ ਦੀ ਉੱਡੀ ਹੈ ਤੇ ਅਸੀਂ ਹੁਣ ਕੇਸ ਲਾਏ ਆ ਸਿਵਲ ਕੋਰਟ 2020 ਦੇ ਵਿੱਚ ਕੈਪਟਨ ਨੇ ਕਿਹਾ ਸੀ ਵੀ ਇਹ ਜਗ੍ਹਾ ਇੰਡਸਟਰੀ ਵਾਸਤੇ ਚਾਹੀਦੀ ਹੈ, ਹਾਂਜੀ। ਤਾਂ ਉਹ ਫਿਰ ਇੱਕ ਇਹ ਹੈਗਾ ਵੀ ਸਰਕਾਰ ਕਹਿੰਦੀ ਅਸੀਂ ਇਹ ਜ਼ਮੀਨ ਖਰੀਦੀ ਹੈ, ਗਲਾਡਾ ਨੇ ਤੁਹਾਡੇ ਤੋਂ ਜ਼ਮੀਨ ਖਰੀਦੀ ਹੈ, ਉਹ ਕੀ ਮਾਮਲਾ ਹੈ? ਉਹ ਇਸ ਕਰਕੇ ਖਰੀਦੀ ਆ ਜੀ, ਇਹਨਾਂ ਨੇ ਪੰਚਾਇਤ ਨਾਲ ਇਹਨਾਂ ਧੋਖਾ ਕੀਤਾ। ਪੰਚਾਇਤ ਨੂੰ ਕਹਿੰਦੇ ਪਹਿਲਾਂ ਤਾਂ ਕਹਿੰਦੇ ਵੀ ਅਸੀਂ ਮਤਾ ਪਾ ਦਿਓ ਸਾਨੂੰ ਵੀ ਅਸੀਂ ਸਰਕਾਰ ਨਾਲ ਰਾਜੀ ਆ। ਚਲੋ ਸਰਕਾਰ ਨਾਲ ਰਾਜੀ ਹੋ ਗਏ, ਇਹਨਾਂ ਨੇ ਕਹਿਤਾ ਕਹਿੰਦੇ ਜ਼ਮੀਨ ਨਹੀਂ ਅਸੀਂ ਤੁਹਾਡੀ ਲੈਂਦੇ, ਤੁਸੀਂ ਇਹ ਮਤਾ ਹੀ ਪਾਉਣਾ ਆ ਵੀ ਅਸੀਂ ਰਾਜੀ ਆ, ਵੀ ਸਰਕਾਰ ਜਿਵੇਂ ਕਹੂਗੀ ਅਸੀਂ ਕਰ ਲਾਂਗੇ। ਫਿਰ ਇਹਨਾਂ ਨੰਬਰੀ ਮਤਾ ਪਵਾ ਲਿਆ, ਨੰਬਰ ਪਾ ਕੇ ਉਹਨਾਂ ਕਹਿਤਾ ਵੀ ਆਹ ਸਾਈਨ ਕਰੋ ਜੀ, ਆਹ ਵੀ ਮਤਾ ਸੈਕਟਰੀ ਨੇ ਮਤੇ ਪਾਉਣੇ ਹੁੰਦੇ ਆ। ਪੰਚਾਇਤ ਤਾਂ ਸਾਡੀ ਅਨਪੜ੍ਹ ਆ, ਸਰਪੰਚ ਚਿੱਟੀ ਅਨਪੜ੍ਹ ਆ, ਠੀਕ ਆ ਜੀ। 1-2 ਮੈਂਬਰ ਮਾੜਾ ਮੋਟਾ ਜਾਣਦਾ ਤੇ ਇੱਕ ਅੱਧੇ ਬੰਦੇ ਦੀ ਵੈਲਿਊ ਵੀ ਕੀ ਹੁੰਦੀ ਆ, ਤੇ ਬਾਕੀ ਅਨਪੜ੍ਹ ਬੰਦਿਆਂ ਦੇ ਕਰਕੇ ਇਹਨਾਂ ਨੇ ਉਹ ਮਤਾ ਕਰਾ ਕਹਿੰਦੇ ਵੀ ਇੱਥੇ ਵੀ ਸਾਈਨ ਕਰ ਲਓ। ਸਾਈਨ ਕਰਵਾ ਤੇ ਉਹਨਾਂ ਮਤਾ ਪਵਾਇਆ 23/5 ਨੂੰ 2020 'ਚ ਤੇ ਇਹਨਾਂ ਨੇ ਮਤਾ ਪਵਾਇਆ। ਫਿਰ ਜਦੋਂ ਇਹਨਾਂ ਦੇ ਫਿਰ ਖਾਤੇ 'ਚ ਉਹਨਾਂ ਨੇ ਪੈਸੇ ਪਾਤੇ ਪੰਚਾਇਤ ਦੇ ਖਾਤੇ 'ਚ ਆਪਣੀ ਗਲਾਡਾ ਕੰਪਨੀ ਨੇ ਪੈਸੇ ਪਾਤੇ। ਫਿਰ ਕਹਿਣ ਲੱਗ ਗਏ ਜੀ ਇਹ ਤਾਂ ਹੁਣ ਅਸੀਂ ਪੈਸੇ ਦੇਤੇ ਆ ਤੁਹਾਨੂੰ, ਵੀ ਇਸ ਹਿਸਾਬ ਦੇ ਨਾਲ ਕੋਈ ਕਿਸੇ ਨਾਲ ਕੋਈ ਰੇਟ ਨਹੀਂ ਕੀਤਾ, ਕੋਈ ਗੱਲ ਨਹੀਂ ਕੀਤੀ, ਆਪਣੀ ਮਰਜ਼ੀ ਨਾਲ 18.5 ਲੱਖ ਰੁਪਏ ਦੇ ਹਿਸਾਬ ਨਾਲ ਪੈਸੇ ਪਾ ਕੇ ਇਹਨਾਂ ਨੂੰ ਕਹਿੰਦੇ ਜੀ ਹੁਣ ਸਾਡੀ ਜ਼ਮੀਨ ਛੱਡੋ, ਤੁਸੀਂ ਵਿਹਲੀ ਕਰ ਦਿਓ ਜ਼ਮੀਨ। ਅਸੀਂ ਕਿਹਾ ਵੀ ਇਹ ਪਿੰਡ ਅਸੀਂ ਤਾਂ ਦੇਣੀ ਨਹੀਂ ਚਾਹੁੰਦੇ ਜ਼ਮੀਨ, ਅਸੀਂ ਤਾਂ ਬੜੇ ਯੁੱਧ ਨਾਲ ਬਣਾਈ ਆ। ਫਿਰ ਅਸੀਂ ਗ੍ਰਾਮ ਸਭਾ ਬੁਲਾਈ 7ਵੇਂ ਮਹੀਨੇ ਦੇ ਵਿੱਚ, ਤੇ 7ਵੇਂ ਮਹੀਨੇ ਦੀ ਅਸੀਂ 21 ਤਰੀਕ ਨੂੰ ਗ੍ਰਾਮ ਸਭਾ ਬੁਲਾਈ, ਵਿੱਚੇ ਪੰਚਾਇਤ ਵਿੱਚੇ ਸਾਰਾ ਪਿੰਡ, ਸਾਰਿਆਂ ਨੇ ਅਸੀਂ ਗ੍ਰਾਮ ਸਭਾ ਦਾ ਮਤਾ ਪਾ ਕੇ ਅਸੀਂ ਕਿਹਾ ਵੀ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ, ਸਾਡਾ ਤੇ ਰੋਟੀ ਰੋਜੀ ਦਾ ਜ਼ਰੀਆ ਹੀ ਇਹੀ ਆ ਵੀ ਅਸੀਂ ਜੋ ਵੀ ਅਸੀਂ ਹੋਇਆ ਵੀ ਅਸੀਂ ਜ਼ਮੀਨ ਨਹੀਂ ਕਿਸੇ ਵੀ ਹਾਲਤ ਵਿੱਚ ਦੇ ਸਕਦੇ। ਅਸੀਂ ਕਰਾਂ ਕੀ, ਵੱਡੀ ਗੱਲ ਇਹ ਆ ਸਾਡੇ ਪਿੰਡ ਦੀ ਜ਼ਮੀਨ ਜਿੰਨੀ ਵੀ ਆ ਸਾਰੀ ਪੰਚਾਇਤ ਦੇ ਨਾਂ ਚੜੀ ਆ, ਜਦੋਂ ਕਿ ਸਿਆਸੀ ਵਿੱਚ ਜਿਹੜੀ ਆ ਜਿੱਦ ਪਹਿਲੋਂ ਤੋਂ ਹੋਵੇ ਕਟੌਤੀਆਂ ਦੀ ਜ਼ਮੀਨ ਨਹੀਂ ਇਹ ਹੈਗੀ, ਵੀ ਜਿਵੇਂ ਕਟੌਤੀਆਂ ਦੀਆਂ ਜ਼ਮੀਨਾਂ ਪੰਚਾਇਤਾਂ ਦੀਆਂ ਹੁੰਦੀਆਂ ਨਾ, ਉਹ ਜ਼ਮੀਨ ਨਹੀਂ ਹੈਗੀ ਇਹ। ਤੇ ਕਿਸੇ ਹਿਸਾਬ ਨਾਲ ਸਾਰੀ ਦਾ ਸਾਰਾ ਰਕਬਾ ਜਿੰਨਾ ਸੀ ਸਾਰੇ ਪੰਚਾਇਤ ਦੇ ਖਾਤੇ ਕਰਤਾ, ਤੇ ਸਾਡੇ ਕੋਲ ਇੱਕ ਮਰਲਾ ਵੀ ਜ਼ਮੀਨ ਸਾਡੇ ਕੋਲ ਆਪਣੇ ਮਤਾ ਪਾਤਾ, ਮਤੇ ਦੇ ਕਰਕੇ ਜਿਹੜਾ ਉਹ ਸਿਰਾ ਸਮਝੌਤਾ ਸੀ ਸਰਕਾਰ ਦੇ ਨਾਲ, ਸੌਦਾ ਤੁਹਾਡਾ ਰੱਦ ਹੋ ਗਿਆ ਹੁਣ। ਹਾਂ ਉਹ ਸਮਝ ਲਓ ਉਹ ਤੇ ਰੱਦ ਹੋ ਗਿਆ, ਪਰ ਰੱਦ ਨੂੰ ਵੀ ਅਜੇ ਉਹ ਦੱਬੀ ਜਾਂਦੇ ਆ, ਰੱਦ ਨੂੰ ਦੱਬੀ ਜਾਂਦੇ ਆ। ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਹਿਦਾ ਜਿਹਨੂੰ ਪੰਚਾਇਤ ਨੂੰ, ਫਿਰ ਸਰਪੰਚ ਨੂੰ ਧੋਖੇ ਦੇ ਵਿੱਚ ਲਿਆ ਕੇ ਇਹਨਾਂ ਨੇ ਆਪਣੇ ਸਾਈਨ ਵੀ ਕਰਾ ਲਏ, ਕਹਿੰਦੇ ਨਹੀਂ ਜੀ ਰੱਦ ਨਹੀਂ ਹੋਇਆ, ਮਤਾ ਨਹੀਂ ਰੱਦ ਹੋਇਆ, ਕਿਸ ਤਰ੍ਹਾਂ ਕੋਈ ਗੱਲਬਾਤ ਆ। ਵੀ ਉਹਨੂੰ ਕਹਿੰਦੇ ਵੀ ਅਸੀਂ ਵੀ ਮਤਲਬ ਇਹ ਪੰਚਾਇਤ ਇਹਨੂੰ ਪ੍ਰੈਸ਼ਰ ਬਣਾਉਣਾ ਚਾਲੂ ਕਰਦਾ, 4 ਮਹੀਨੇ ਪਹਿਲੋਂ ਹੀ ਐਡਵਾਂਸ ਪੈਸੇ ਪਾਤੇ। ਦੇਖੋ ਵੱਡੀ ਗੱਲ ਇਹ ਆ ਵੀ 4 ਮਹੀਨੇ ਪਹਿਲੋਂ ਹੀ ਉਹਨਾਂ ਨੇ ਪੈਸੇ ਪਾਤੇ ਖਾਤੇ ਦੇ ਵਿੱਚ ਪੰਚਾਇਤ ਦੇ, ਤੇ ਉਹਨੂੰ ਪ੍ਰੈਸ਼ਰ ਪਾਉਣਾ ਉੱਤੇ ਚਾਲੂ ਕਰਤਾ ਜੀ ਤੁਹਾਡੇ ਤੇ ਜੀ ਬੱਚੇ ਵੀ ਮਤਲਬ ਜੇਲ੍ਹਾਂ 'ਚ ਰੁਲ ਜਾਣਗੇ, ਤੁਸੀਂ ਰੁਲ ਜਾਓਗੇ, ਤੁਸੀਂ ਸਰਕਾਰੀ ਪੈਸਾ ਦੱਬ ਨਹੀਂ ਸਕਦੇ ਆ, ਜੇ ਆ ਉਹ ਇੱਦਾਂ ਕਰਕੇ ਕਿਸੇ ਤਰ੍ਹਾਂ ਉਹਦਾ ਦਿਮਾਗ ਵਾਸ਼ ਕਰਤਾ ਉਹਨੂੰ, ਸਰਪੰਚ ਨੂੰ। ਉਹ ਕਹਿੰਦੇ ਫਿਰ ਜਿਵੇਂ ਠੀਕ ਆ ਜੀ, ਜਿਵੇਂ ਕਰਦੇ ਆ ਵੇਖਦੇ ਆ ਕਰ ਰਹੇ। ਫਿਰ ਇਹਨਾਂ ਨੇ ਧੱਕੇ ਨਾਲ ਲੈ ਗਏ, ਰਾਤ ਨੂੰ ਜਾ ਕੇ ਰਜਿਸਟਰੀ ਕਰਵਾਈ ਇਹਨਾਂ ਨੇ। ਤਾਂ ਜਿਹੜੀ 2020 ਦੇ ਵਿੱਚ ਗਲਾਡਾ ਨੇ ਕੈਪਟਨ ਸਰਕਾਰ ਦੇ ਰਾਜ 'ਚ ਜ਼ਮੀਨ ਐਕਵਾਇਰ ਕੀਤੀ, ਹੁਣ ਉਹਦਾ ਕਬਜ਼ਾ ਅੱਜ ਲੈਣ ਆਉਣਾ ਸੀ। ਅੱਜ ਉਹਨਾਂ ਨੇ ਕਬਜ਼ਾ ਲੈਣ ਆਉਣਾ ਸੀ, ਅੱਜ ਉਹਨਾਂ ਕਹਿੰਦਾ ਵੀ ਅੱਜ ਕਬਜ਼ਾ ਅਸੀਂ ਲੈਣ ਆਉਣਾ, ਤੇ ਹੁਣ ਪਤਾ ਲੱਗਿਆ ਵੀ ਕਹਿੰਦੇ ਵੀ ਅੱਜ ਨਹੀਂ ਅਸੀਂ ਆ ਰਹੇ, ਜੇ ਸੰਗਰੂਰ ਵਿੱਚ ਚੋਣਾਂ ਕਰਕੇ ਅੱਜ ਨਹੀਂ ਅਸੀਂ ਆ ਰਹੇ, ਅਸੀਂ ਇਹ 25 ਤਰੀਕ ਨੂੰ ਆਵਾਂਗੇ। ਹਾਂ ਪਤਾ ਲੱਗਿਆ ਕਿ ਉਹਦੇ ਅਖਬਾਰ ਦੇ ਵਿੱਚ ਕੋਈ ਖਬਰ ਲਾਈ ਆ ਜਾਂ ਕੋਈ ਪਿੰਡ ਦੀ ਕੀ ਤਿਆਰੀ, ਹੁਣ ਉਹ ਕਬਜ਼ਾ ਉਹਨਾਂ ਨੂੰ ਲੈਣ ਦੇਵੇਗੀ? ਨਹੀਂ ਜੀ, ਕਬਜ਼ਾ ਅਸੀਂ ਕਿਵੇਂ ਲੈਣ ਦੇਵਾਂਗੇ, ਸਾਡੀ ਤਾਂ ਰੋਜੀ ਰੋਟੀ ਆ ਇਹ। ਤੇ ਕਹਿੰਦੇ ਵੀ ਆਪਣੀ ਪੰਚਾਇਤ ਨੇ ਵੀ ਕਿਹਾ ਤਾਂ, ਲਿਖ ਕੇ ਵੀ ਦੇ ਦਿੱਤਾ ਉਹਨਾਂ ਨੂੰ, ਆਪਣੇ ਪੰਚਾਇਤ ਮੰਤਰੀ ਨੂੰ, ਵੀ ਸਾਡੀ ਇਹ ਜ਼ਮੀਨ ਫਿਰ ਦੁਬਾਰੇ ਪੰਚਾਇਤ ਦੀ ਹੋ ਜਾਵੇ, ਅਸੀਂ ਪੰਚਾਇਤ ਨੂੰ ਠੇਕਾ ਦੇ ਦਾਂਗੇ, ਪਰ ਗਲਾਡਾ ਦੇ ਥੱਲਿਓਂ ਸਾਨੂੰ ਛਡਾਓ। ਇੱਕ ਗਲਾਡਾ ਦੇ ਥੱਲਿਓਂ, ਕਿ ਗਲਾਡਾ ਦੇ ਨਾਲ ਸਾਨੂੰ ਹੋਰ ਬਹੁਤ ਘੱਟ ਆ ਪੰਚਾਇਤ ਦੀ ਜ਼ਮੀਨ। ਇੱਕ ਤਾਂ ਸਾਡੀ ਤੇ ਜ਼ਮੀਨ ਵਾਲਿਆਂ ਦੀ ਤੇ ਰੋਜੀ ਰੋਟੀ ਚੱਲਦੀ ਰਹੀ ਆ। ਫਿਰ ਜੇ ਸਾਡੇ ਆਲੇ ਦੁਆਲੇ ਸਾਡਾ 11 ਕਿੱਲਿਆਂ ਦੇ ਵਿੱਚ ਸਾਰਾ ਪਿੰਡ ਆ, ਆਲੇ ਦੁਆਲੇ ਸਾਰਾ ਹੀ ਉਹ ਮਤਲਬ ਇੰਡਸਟਰੀ ਲੱਗ ਗਈ, ਅਸੀਂ ਤਾਂ ਉੱਥੇ ਸਾਲ 2 ਨਹੀਂ 4 ਸਾਲ ਕੱਢ ਜਾਵਾਂਗੇ, ਕਿ ਜਿੰਨੀ ਇੰਨਾ ਪਾਣੀ ਪ੍ਰਦੂਸ਼ ਹੋ ਜਾਊਗਾ, ਧੂੰਆਂ ਹੋ ਜਾਊਗਾ ਇੰਡਸਟਰੀ ਦਾ। ਫਿਰ ਸਾਡੇ ਆਲੇ ਦੁਆਲੇ ਜੰਗਲਾਤ ਆ, ਦੋਨਾਂ ਸਾਈਡਾਂ 'ਤੇ ਜੰਗਲਾਤ ਆ, ਤੀਜੀ ਸਾਈਡ 'ਤੇ ਸਾਡੇ ਦਰਿਆ ਆ, ਉਹਦੇ ਨਾਲ ਜੰਗਲਾਤ ਵੀ ਖਤਮ ਹੁੰਦੀ ਆ ਤੇ ਦਰਿਆ ਵੀ ਪ੍ਰਦੂਸ਼ ਹੁੰਦਾ ਆ। ਫਿਰ ਮੈਂ ਹੋਰ ਪੁੱਛਣਾ ਚਾਹੁੰਦਾ, ਜਿਹੜੇ ਤੁਹਾਡੇ ਖਾਤੇ ਪੰਚਾਇਤੀ ਖਾਤੇ ਦੇ ਵਿੱਚ ਪੈਸੇ ਆਏ ਉਹ ਕਿੱਲਿਆਂ ਦੇ, ਉਹ ਫਿਰ ਪੈਸੇ ਹੁਣ ਪੰਚਾਇਤ ਨੇ ਵਰਤੇ ਜਾਂ ਨਹੀਂ ਵਰਤੇ, ਜਾਂ ਕੀ ਬਣਿਆ?
ਨਹੀਂ, ਪੰਚਾਇਤ ਨੇ ਪੈਸੇ ਨਹੀਂ ਉਹ ਵਰਤੇ ਜ਼ਰੂਰ ਆ, ਉਹ ਥੋੜੇ ਵਰਤੇ ਆ, ਜਿੰਨਾ ਕੁ ਕਹਿੰਦੇ ਵਿਆਜ ਆਉਂਦਾ। ਸਾਡੀ ਪੰਚਾਇਤ ਕਹਿੰਦੀ ਆ ਵੀ ਅਸੀਂ ਜਿਹੜਾ ਵਿਆਜ ਵਰਤਿਆ, ਪੈਸੇ ਨਹੀਂ ਅਸੀਂ ਛੇੜੇ। ਉਹ ਕਿਸ ਕੰਮ ਲਈ ਵਰਤੇ ਗਏ? ਉਹ ਪਿੰਡ ਦੀ ਉਹ ਡਿਵੈਲਪਮੈਂਟ ਵਾਸਤੇ, ਮਤਲਬ ਐਵੇਂ ਕੋਈ ਲੈਟਰਿੰਗ ਬਾਥਰੂਮ ਜੇ ਬਣਾਇਆ, ਕੁਛ ਕੋਈ ਇੱਕ ਦੋ ਸੜਕਾਂ ਬਣਾਈਆਂ, ਇੱਕ ਪਾਰਕ ਜਿਹਾ ਬਣਾਤਾ, ਮਤਲਬ ਇਦਾਂ ਕਰਕੇ ਕਬਰਸਤਾਨ ਬਣਾਇਆ, ਇਦਾਂ ਇਹਨਾਂ ਵਾਸਤੇ ਕਹਿੰਦੇ ਵੀ ਅਸੀਂ ਵਿਆਜ ਵਰਤਿਆ ਅਸੀਂ। ਹੁਣ ਸਥਿਤੀ ਕੀ ਹੈਗੀ ਆ? ਅੱਜ ਉਹਨਾਂ ਨੇ ਕਬਜ਼ਾ ਲੈਣਾ ਆਉਣਾ ਸੀ, 25 ਨੂੰ ਫਿਰ ਕਬਜ਼ਾ ਲੈਣਾ ਆਉਣਾ। ਅੱਜ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਵੀ ਪੰਜਾਬ ਭਰ ਚੋਂ ਇਕੱਠੇ ਹੋਏ ਸੀ। ਹੁਣ ਕੀ ਸਥਿਤੀ ਹੈ? ਹੁਣ ਅਸੀਂ ਤਾਂ ਕਹਿੰਦੇ ਆ ਵੀ ਆਪਣੇ ਪੈਸੇ ਵਾਪਸ ਲਓ। ਪੰਚਾਇਤ ਵੀ ਕਹਿੰਦੀ, ਅਸੀਂ ਬਾਕੀ ਪਿੰਡ ਵਾਸੀ ਵੀ ਕਹਿੰਦੇ ਆ ਵੀ ਸਾਡੇ ਨਾਲ ਧੋਖਾ ਹੋਇਆ, ਵੀ ਤੁਸੀਂ ਰੱਦਮਤੇ ਤੇ ਰਜਿਸਟਰੀ ਕਰਾਈ ਆ, ਤੇ ਅਸੀਂ ਜਦੋਂ ਪਿੰਡ ਜ਼ਮੀਨ ਨਹੀਂ ਦੇਣੀ ਚਾਹੁੰਦਾ ਤੇ ਤੁਸੀਂ ਧੱਕੇ ਨਾਲ ਕਿਉਂ ਸਾਡੇ ਸਿਰ ਇਹ ਫੈਸਲਾ ਤੁਸੀਂ ਥੋਪਦੇ ਹੋ? ਜਿਹੜੀ ਗੱਲ ਨੂੰ ਤੁਸੀਂ ਧੋਖਾ ਕਹਿ ਰਹੇ ਹੋ, ਕੈਪਟਨ ਸਰਕਾਰ ਦੇ ਰਾਜ 'ਚ ਹੋਇਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹਰਪਾਲ ਚੀਮਾ, ਬੀਬੀ ਮਾਣੂਕੇ, ਉਹ ਸਾਰੇ ਵੀ ਇੱਥੇ ਆਉਂਦੇ ਰਹੇ ਨੇ ਪਹਿਲਾਂ। ਹਾਂਜੀ, ਬੀਬੀ ਮਾਣੂਕੇ ਨੇ 4-5 ਗੇੜੇ ਲਾਏ ਆ। ਆਖਰ ਉਹਨਾਂ ਨੇ ਤੇ ਮਤਾ ਵੀ ਉਹਨਾਂ ਨੇ ਪਵਾਇਆ। ਸਰਦਾਰ ਹਰਪਾਲ ਸਿੰਘ ਚੀਮਾ ਇਹ ਵੀ ਸਾਡੇ ਕੋਲ ਆ ਕੇ ਗਏ ਆ। ਉਹਨਾਂ ਦੀ ਸੇਧ ਉੱਤੇ ਹੀ ਅਸੀਂ ਕੋਰਟ ਵਿੱਚ ਕੇਸ ਲਾਏ ਆ। ਹਰਪਾਲ ਸਿੰਘ ਚੀਮਾ ਵਿੱਤ ਮੰਤਰੀ? ਹਾਂ, ਵਿੱਤ ਮੰਤਰੀ। ਉਹ ਸਾਡੇ ਪਹਿਲਾਂ ਤੁਹਾਡੇ ਨਾਲ ਸੀ? ਪਹਿਲਾਂ ਸਾਡੇ ਨਾਲ ਸੀ। ਇੱਥੇ ਸਾਡੀ ਮਦਦ ਉਹਨਾਂ ਨੇ ਕੀਤੀ ਆ। ਇਹ ਜਿਹੜਾ ਮੋਰਚਾ ਸੀ, ਅਸਲ ਵਿੱਚ ਆਮ ਪਾਰਟੀ ਦਾ ਹੀ ਮੋਰਚਾ ਸੀ ਇਹ, ਕਿਉਂ ਅਸੀਂ ਤੇ ਪਿੰਡੂ ਬੰਦੇ ਤੇ ਇਹ ਨਹੀਂ ਸੀ, ਕਿਉਂ ਸਿਆਸਤ ਦਾ ਜਵਾਬ ਸਿਆਸਤ ਨਾਲ ਹੀ ਦਿੱਤਾ ਜਾਂਦਾ। ਇਹ ਆਮ ਪਾਰਟੀ ਦਾ ਹੀ ਮੋਰਚਾ ਸੀ। ਪ੍ਰਦੀਪ ਸਿੰਘ ਖਾਲਸਾ ਸਾਡਾ ਇੱਥੇ ਨੇੜੇ ਫਾਜ਼ਿਲਗੜ੍ਹੀ ਤੋਂ ਆ, ਉਹ ਇੱਥੇ ਆਉਂਦੇ ਰਹੇ। ਬੀਬੀ ਮਾਣੂਕੇ ਆਈ, ਜਾਣੀ ਪ੍ਰਦੀਪ ਸਿੰਘ ਖਾਲਸਾ ਤੇ ਸਾਡਾ ਗਵਾਂਢੀ ਆ, ਸਾਡੇ ਕਿਲੋਮੀਟਰ ਦਾ ਫਰਕ ਆ। ਤੁਸੀਂ ਗੱਲ ਕਰ ਰਹੇ ਹੋ ਉਹ ਆਏ, ਪਰ ਹੁਣ ਉਹਨਾਂ ਦੀ ਸਰਕਾਰ ਆ, ਜੇ ਉਹ ਚਾਹੁਣ ਤੇ ਕਬਜ਼ਾ ਰਕਵਾ ਸਕਦੇ? ਹਾਂ, ਰਕਵਾ ਸਕਦੇ ਜੀ, ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਆ। ਰਕਵਾ ਨਹੀਂ ਰਹੇ? ਦੇਖੋ ਜੀ, ਅਸੀਂ ਐਪਲੀਕੇਸ਼ਨਾਂ ਤੇ ਦਿੱਤੀ ਸੀ ਆਪਣੇ ਉਹਨਾਂ ਨੂੰ, ਦੂਜੇ ਨੂੰ, ਪੰਚਾਇਤ ਮੰਤਰੀ ਨੂੰ, ਤੇ ਆਪਣੇ MLA ਸਾਹਿਬ ਆ ਸਾਡਾ ਹਰਦੀਪ ਸਿੰਘ, ਉਹ ਵੀ ਇੱਥੇ ਆ ਕੇ ਗਿਆ, 2-3 ਵਾਰੀ ਆ ਕੇ ਗਿਆ। ਉਹ ਵੈਸੇ ਕਹਿੰਦਾ ਵੀ ਅਸੀਂ ਕਹਿੰਦਾ ਕੋਈ ਤੁਹਾਡਾ ਹੱਲ ਕਰਦੇ ਆ। ਪਰ ਅੱਜ ਕਬਜ਼ਾ ਲੈਣਾ ਸੀ, ਮੰਨ ਲਓ ਅੱਜ ਇੱਥੇ ਫੋਰਸ ਲੈ ਕੇ ਗਲਾਡਾ ਵਾਲੇ ਕਬਜ਼ਾ ਲੈਣ ਆ ਜਾਂਦੇ ਆ, ਤੁਸੀਂ ਕਬਜ਼ਾ ਦਿੰਦੇ ਨਹੀਂ, ਇੱਥੇ ਮਾਰ ਧਾੜ ਹੋ ਜਾਂਦੀ ਹੈ, ਤਾਂ ਸਰਕਾਰ ਦਾ ਕੀ ਰੋਲ? ਹਾਂ ਸਰਕਾਰ ਦਾ ਦੇਖੋ ਜੀ, ਇਹ ਤਾਂ ਹੁਣ ਸਰਕਾਰ ਨੂੰ ਤੇ ਅਸੀਂ ਬੇਨਤੀ ਕਰ ਸਕਦੇ ਹਾਂ। ਸਰਕਾਰ ਦੇ ਪਹਿਲੋਂ ਸਾਡੇ ਨਾਲ ਸੀ, ਆਮ ਪਾਰਟੀ ਨਾਲ ਸੀ। ਹੁਣ ਅਸੀਂ ਉਹਨੂੰ ਬੇਨਤੀ ਕੀਤੀ ਸੀ, ਉਹ ਕਹਿੰਦਾ ਸਾਨੂੰ ਤੇ ਕਿਹਾ, ਉਹਨਾਂ ਨੇ ਕਹਿੰਦੇ ਕੋਈ ਨਹੀਂ, ਤੁਸੀਂ ਆਪਣਾ ਝੋਨਾ ਲਾਓ, ਵੀ ਫਸਲ ਬੀਜੋ ਆਪਣੀ। ਤੇ ਅੱਜ ਦਾ ਜਿਹੜੀ ਇਹ ਚਾਣਚੱਕ ਜਿਹੜਾ ਬਣਿਆ ਵੀ ਅਸੀਂ ਗਲਾਡਾ ਆਹ ਵਾਲਾ, ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਤੁਹਾਡੇ ਨਾਲ ਆ, ਵੀ ਜੇ ਹੁਣ ਗਲਾਡਾ ਤੁਹਾਡੇ ਨਾਲ ਕੋਈ ਧੱਕਾ ਨਹੀਂ ਕਰੂਗਾ। ਤੇ ਹੁਣ ਦੇਖੀਏ ਵੀ ਹੁਣ ਉਹਨਾਂ ਨਾਲ ਵਿਚਾਰ ਵਟਾਂਦਰਾ ਫਿਰ ਕਰਦੇ ਆ ਵੀ ਇਹ ਗਲਾਡਾ ਇਹ ਕੀ ਕਰਦਾ ਆ। ਹੁਣ ਵੀ ਤੁਸੀਂ ਸਰਕਾਰ ਹੋ, ਹੁਣ ਤੇ ਸਰਕਾਰ ਆ ਵੀ ਇਹਨਾਂ ਨੂੰ ਰੋਕੋ। ਜੀ ਬਿਲਕੁਲ। ਤਾਂ ਜਿਹੜੀ ਆਮ ਆਦਮੀ ਪਾਰਟੀ ਇਸ ਸੇਖੋਵਾਲ ਪਿੰਡ ਦੇ ਹੱਕ 'ਚ ਨਿੱਤਰਦੀ ਰਹੀ, ਉਹਨਾਂ ਨੇ ਮੋਰਚਾ ਲਾਇਆ, ਇਹਨਾਂ ਨੂੰ ਰਾਏ ਮਸ਼ਵਰਾ ਵੀ ਦਿੱਤਾ ਵੀ ਇਸ ਤਰੀਕੇ ਨਾਲ ਤੁਹਾਡੇ ਪਿੰਡ ਦੀ ਜ਼ਮੀਨ ਬਚ ਸਕਦੀ, ਜੰਗਲ ਬਚ ਸਕਦਾ ਹੈ। ਫਿਲਹਾਲ ਜਿਹੜਾ ਹੈਗਾ ਉਹਨਾਂ ਦੀ ਵੀ ਜਿਹੜੀ ਭੂਮਿਕਾ ਹੈਗੀ ਉਹ ਸ਼ੱਕ ਦੇ ਦਾਇਰੇ 'ਚ ਹੈ, ਕਿਉਂਕਿ ਆਪ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਜੋ ਚਾਹੁਣ ਤਾਂ ਜਿਹੜਾ ਹੈਗਾ ਇਹ ਕਬਜ਼ਾ ਰੋਕਿਆ ਜਾ ਸਕਦਾ। ਬਾਬਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਅਸੀਂ ਤੇ ਇਹੋ ਗੱਲ ਕਹਿਣੀ ਚਾਹੁੰਦੇ ਹਾਂ ਜੀ, ਜਦੋਂ ਸਰਕਾਰ ਆਪ ਦੀ ਸਰਕਾਰ ਨਹੀਂ ਸੀ ਤੇ ਕੈਪਟਨ ਸਰਕਾਰ ਸੀ, ਕਾਂਗਰਸ ਸਰਕਾਰ ਸੀ, ਉਦੋਂ ਜਿਹੜੀ ਕਿ ਆਪ ਸਰਕਾਰ ਆ, ਅਸੀਂ ਇਹਨਾਂ ਦੇ ਮੱਟ ਕਰਦੇ ਰਹੇ, ਇਹਨਾਂ ਦੇ ਵਰਕਰ ਰਹੇ, ਹੁਣ ਵੀ ਵਰਕਰ ਆ, ਅਸੀਂ ਆਮ ਪਾਰਟੀ ਦੇ ਵਰਕਰ ਹਾਂਜੀ। ਤੇ ਜਿਹੜਾ ਸਾਡਾ ਗ੍ਰਾਮ ਸਭਾ ਦਾ ਮਤਾ ਪਿਆ, ਇਹ ਵੀ ਗਿਆਨ ਸਿੰਘ ਮੂੰਗੋ ਤੇ ਸਰਬਜੀਤ ਮਾਣੂਕਿਆਂ ਨੇ ਵਿੱਚ ਹੋ ਕੇ ਸਾਰੇ ਪਿੰਡ ਨੂੰ ਇਕੱਠਿਆਂ ਕਰਕੇ ਪਵਾਇਆ। ਤੇ ਫਿਰ ਪ੍ਰਦੀਪ ਸਿੰਘ ਖਾਲਸਾ ਕੁਝ ਦਿਨਾਂ ਬਾਅਦ ਸਾਨੂੰ ਚੰਡੀਗੜ੍ਹ ਹਰਪਾਲ ਚੀਮਾ ਸਾਹਿਬ ਦੇ ਕੋਲ, ਵਿੱਤ ਮੰਤਰੀ ਜੋ ਕਿ ਅੱਜ ਕੱਲ੍ਹ ਦੇ ਹਨ, ਉਹਨਾਂ ਦੇ ਕੋਲ ਲੈ ਕੇ ਗਏ ਵੀ ਤੁਹਾਡੀ ਮਦਦ ਕਰਨਗੇ। ਉਹਨਾਂ ਨੇ ਸਾਡਾ ਮੈਟਰ ਪੜ੍ਹ ਕੇ ਸਾਡੀ ਰਜਿਸਟਰੀ ਜਿਹੜੀ ਸੀ ਉਹਦੀ ਨਕਲ ਅਸੀਂ ਲੈ ਕੇ ਗਏ, ਤਹਿਸੀਲ ਚੋਂ ਕਢਵਾ ਕੇ ਉਹਦੇ ਤੋਂ ਪੜ੍ਹਿਆ ਕਿ ਰਜਿਸਟਰੀ ਜਿਹੜੀ ਆ ਰਾਤ ਦੇ ਟਾਈਮ 7:08 ਤੇ 35 ਤੇ ਹੋਈ ਹੈ, ਤੇ ਇੰਤਕਾਲ ਜਿਹੜਾ 15 ਦਿਨਾਂ 'ਚ ਚੜ੍ਹਨਾ ਸੀ 416 ਕਿੱਲੇ ਦਾ, ਉਹ ਇੱਕੇ ਦਿਨ ਚੜ੍ਹਾਇਆ ਗਿਆ। ਇਹ ਵੀ ਗੌਰਮੈਂਟ ਦੇ ਜਾਂ ਕਾਨੂੰਨ ਤੋਂ, ਅਦਾਲਤੀ ਕਾਨੂੰਨ ਤੋਂ ਜੋ ਹੈ ਗਲਤ ਢੰਗ ਨਾਲ। ਤੇ ਤੁਸੀਂ ਜੇ ਬਚਾਅ ਕਰਨਾ, ਹਰਪਾਲ ਚੀਮੇ ਦਾ ਬਿਆਨ ਆ ਸਾਡੇ ਨਾਲ, ਜੇ ਬਚਾਅ ਕਰਨਾ
ਤੇ ਮੈਂ ਤੁਹਾਡੀ ਰਜਿਸਟਰੀ ਪੜ੍ਹ ਲਈ ਆ, ਇੰਤਕਾਲ ਦਾ ਹਿਸਾਬ ਕਿਤਾਬ ਪੜ੍ਹ ਲਿਆ, ਤੁਸੀਂ ਛੇਤੀ ਤੋਂ ਛੇਤੀ ਕੇਸ ਲਾ ਦਿਓ, ਨਹੀਂ ਤਾਂ ਤੁਹਾਡਾ ਕੋਈ ਹੱਲ ਨਹੀਂ। ਇਹ ਅਸੀਂ ਆਸ ਰੱਖਦੇ ਹਾਂ ਕਿ ਅੱਜ ਵੀ ਅਸੀਂ ਆਮ ਪਾਰਟੀ ਦੇ ਵਰਕਰ ਹਾਂ ਅਤੇ ਸਦਾ ਹੀ ਰਵਾਂਗੇ। ਪਰ ਸਾਡੀ ਇਹ ਬੇਨਤੀ ਆ ਹਰਪਾਲ ਚੀਮਾ ਸਾਹਿਬ ਨੂੰ ਅਤੇ ਭਗਵੰਤ ਮਾਨ ਜੀ ਨੂੰ ਵੀ ਸਾਨੂੰ ਬਚਾਇਆ ਜਾਵੇ। ਧੱਕਾ ਸਾਡੇ ਨਾਲ ਬਹੁਤ ਜ਼ਿਆਦਾ ਗਲਾਡਾ ਕੰਪਨੀ ਕਰਦੀ ਆ, ਜਦੋਂ ਦਿਲ ਕਰਦਾ ਫੋਰਸ ਲੈ ਕੇ ਆ ਜਾਂਦੇ ਆ। ਅਤੇ ਇਹ DC ਸਾਹਿਬ ਨੂੰ ਕਹਿ ਕੇ ਫੋਰਸ ਰਕਾਉਣ ਅਤੇ ਇਸ ਕਰਕੇ ਗਲਾਡਾ ਕੰਪਨੀ ਸਾਡੇ 'ਤੇ ਧੱਕਾ ਨਾ ਕਰੇ। ਸਾਡੇ 4 ਕੇਸ ਸਿਵਲ ਕੋਰਟ ਵਿੱਚ ਚੱਲ ਰਹੇ ਆ ਅਤੇ 5ਵਾਂ ਕੇਸ ਜੋ ਹੈ ਉਹ ਹਾਈ ਕੋਰਟ ਵਿੱਚ ਚੱਲ ਰਿਹਾ, ਜਿਹਦਾ ਜੱਜ ਨੇ ਇਹਨਾਂ ਨੂੰ ਸੰਮਨ ਭੇਜਤੇ ਆ, ਗਲਾਡਾ ਕੰਪਨੀ ਨੂੰ, ਪੰਚਾਇਤ ਨੂੰ, ਪੰਜਾਬ ਸੈਕਟਰੀ ਨੂੰ, ਅਤੇ ਫਿਰ ਵੀ ਸਾਡੇ 'ਤੇ ਧੱਕਾ ਕਰਦੇ ਆ। ਹਾਂਜੀ, ਅਤੇ ਜੇ ਅਸੀਂ ਇਹਨਾਂ ਦੀ ਨਾਲ ਜੁੜੇ ਹਾਂ, ਦਿਲੋਂ ਜੁੜੇ ਹਾਂ ਆਮ ਆਦਮੀ ਪਾਰਟੀ ਦੇ ਨਾਲ, ਅਤੇ ਸਾਡੀ ਇਹ ਬੇਨਤੀ ਆ ਕਿ ਗਲਾਡਾ ਕੰਪਨੀ ਨੂੰ ਫੋਰਸ ਨਾ ਦਿਆ ਕਰਨ ਅਤੇ ਸਾਨੂੰ ਉਜਾੜਿਆ ਨਾ ਜਾਵੇ। ਤਾਂ ਉਜਾੜਾ ਰੋਕਣ ਦੇ ਵਾਸਤੇ ਸੇਖੋਵਾਲ ਪਿੰਡ ਦੇ ਲੋਕ ਜਿਹੜੇ ਹੈਗੇ ਉਹ ਸਰਕਾਰ ਨੂੰ ਅਪੀਲ ਕਰ ਰਹੇ ਹੈਗੇ। ਤੁਸੀਂ ਕੁਝ ਜਾਂਦੇ ਕਹਿਣਾ ਚਾਹੁੰਦੇ ਹੋ? ਬਸ ਜੀ ਅਸੀਂ ਤਾਂ ਬੇਨਤੀ ਕਰਦੇ ਹਾਂ ਚੀਮਾ ਸਾਹਿਬ, ਭਗਵੰਤ ਮਾਨ ਨੂੰ, CM ਸਾਹਿਬ ਨੂੰ ਵੀ ਸਾਨੂੰ ਇਹ ਵਸਦੇ ਰਹਿਣ ਦੇਣ। ਵੀ ਜਿਵੇਂ ਸਾਡਾ ਪਹਿਲੋਂ ਵੀ ਅਸੀਂ ਮਿਲ ਕੇ ਆਏ ਸੀ ਮਾਨ ਸਾਹਿਬ ਨੂੰ, ਅਤੇ ਉਹ ਕਹਿੰਦੇ ਸੀ ਕੋਈ ਨਹੀਂ ਮੇਰੇ ਧਿਆਨ ਦੇ ਵਿੱਚ ਆ, ਅਤੇ ਇਹ ਤੁਹਾਡਾ ਮਾਮਲਾ ਜਦੋਂ ਸਾਡੀ ਸਰਕਾਰ ਆਪਣੀ ਆ ਜਾਣੀ ਆ ਸਰਕਾਰ, ਅਤੇ ਆਪਣੀ ਸਰਕਾਰ ਤੋਂ ਬਾਅਦ ਤੁਹਾਡਾ ਪਹਿਲੇ ਹੀ ਕੈਬਨਿਟ ਦੇ ਵਿੱਚ ਤੁਹਾਡਾ ਇਹ ਪਾਸ ਤੁਹਾਡੇ ਜ਼ਮੀਨ ਤੁਹਾਨੂੰ ਵਾਪਸ ਕੀਤੀ ਜਾਊਗੀ। ਅਤੇ ਚੀਮਾ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਅਤੇ ਮਾਨ ਸਾਹਿਬ ਨੇ ਵੀ ਇਹੀ ਗੱਲ ਕਹੀ। ਅਤੇ ਅਸੀਂ ਤਾਂ ਹੁਣ ਤੁਹਾਡੇ ਚੈਨਲ ਰਾਹੀਂ ਇਹ ਕਹਿੰਦੇ ਹਾਂ ਵੀ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਜਾਵੇ ਅਤੇ ਸਾਨੂੰ ਉਜਾੜਿਆ ਨਾ ਜਾਵੇ। ਇਹ ਵਾਤਾਵਰਨ ਸਾਫ ਸੁਥਰਾ ਰਹਿਣ ਦਿਓ, ਅਤੇ ਸਾਫ ਸੁਥਰਾ ਹੈਗਾ ਅਤੇ ਸਾਫ ਸੁਥਰਾ ਹੀ ਰਹਿਣ ਦਿਓ। ਵੀ ਜੇ ਇੰਡਸਟਰੀ ਲਾਉਣੀ ਤਾਂ ਕਿਤੇ ਹੋਰ ਜਗ੍ਹਾ 'ਤੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਆ, ਅਤੇ ਉੱਥੇ ਲਾ ਲਓ, ਜਿਵੇਂ ਫਲੱਡ ਪਲੇਨ ਦੀ ਜਗ੍ਹਾ 'ਤੇ ਇੰਡਸਟਰੀ ਨਾ ਲਾਓ। ਅਸੀਂ ਵੀ ਬਹੁਤ ਯੁੱਧਾਂ ਨਾਲ ਇਹ ਜ਼ਮੀਨ ਬਣਾਈ ਆ, ਸਾਨੂੰ ਇੱਥੋਂ ਕੋਈ 4 ਦਿਨ ਦਾਣੇ ਛਕ ਲੈਣ ਦਿਓ। ਤਾਂ ਇਹ ਸਨ ਸੇਖੋਵਾਲ ਪਿੰਡ ਦੇ ਲੋਕ ਜਿਹੜੇ ਸਰਕਾਰ ਨੂੰ ਆਪਣੇ ਪਿੰਡ ਦੀ ਜ਼ਮੀਨ ਐਕਵਾਇਰ ਹੋਣ ਤੋਂ ਰੋਕਣ ਦੇ ਲਈ ਜਿਹੜਾ ਗੁਹਾਰ ਲਾ ਰਹੇ ਨੇ। ਔਰ ਜੰਗਲੀ ਇਲਾਕਾ ਹੈਗਾ, ਅਸੀਂ ਸਤਲੁਜ ਦਰਿਆ ਦੇ ਤੁਸੀਂ ਬੰਨ੍ਹ ਦੇ ਉੱਤੇ ਖਲੋਤੇ ਹੋਏ ਹਾਂ। ਪਿੰਡ ਸੇਖੋਵਾਲ ਜਿਹੜਾ ਕਿ ਮੱਤੇਵਾੜਾ ਜੰਗਲ ਦਾ ਜਿਹੜਾ ਹੈਗਾ ਉਹ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਏਗਾ ਜੇ ਇੰਡਸਟਰੀ ਇੱਥੇ ਆਉਂਦੀ ਹੈ। ਦਰਿਆ ਦੇ ਕੰਢੇ ਦੇ ਉੱਤੇ ਕੋਈ ਵੀ ਇੰਡਸਟਰੀ ਜਿਹੜੀ ਲਾਉਣੀ ਹੈਗੀ ਹੈ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਕਾਨੂੰਨ ਦੀ ਉਲੰਘਣਾ ਹੈ। ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ ਜਿਹੜਾ ਬਹੁਤ ਸਾਰੀ ਇੰਡਸਟਰੀ ਜਿਹੜੀ ਹੈਗੀ ਗੈਰ ਕਾਨੂੰਨੀ ਢੰਗ ਦੇ ਨਾਲ ਲਾਈ ਗਈ, ਜਿਹਦੀ ਵਜ੍ਹਾ ਕਰਕੇ ਜ਼ਹਿਰੀਲਾ ਬਣ ਚੁੱਕਾ ਹੈ। ਤਾਂ ਕੀ ਆਮ ਆਦਮੀ ਪਾਰਟੀ ਇਸ ਪਿੰਡ ਦੇ ਬਚਾਓ ਦੇ ਲਈ ਅੱਗੇ ਆਏਗੀ, ਜਾਂ ਕੈਪਟਨ ਸਰਕਾਰ ਦੇ ਵਿੱਚ ਐਕਵਾਇਰ ਕੀਤੀ ਗਈ ਇਹ ਜ਼ਮੀਨ ਆਪ ਦੇ ਸਰਕਾਰ ਦੇ ਰਾਜ ਦੇ ਵਿੱਚ ਕਬਜ਼ਾ ਕਰਕੇ ਗਲਾਡਾ ਆਪਣੀ ਬਣਾ ਲਵੇਗੀ? ਇਹ ਆਉਣ ਵਾਲਾ ਸਮਾਂ ਦੱਸੇਗਾ। ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ, ਪੰਜਾਬ KTV।